ਸਿੱਖ ਨਿਊਜ਼ ਐਕਸਪ੍ਰੈਸ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਸਾਡੇ ਨਾਲ ਨੇ ਮਾਤਾ ਸੁੰਦਰੀ ਗੁਰਮਤਿ ਕਾਲਜ ਦੇ ਪ੍ਰਿੰਸੀਪਲ ਸਰਦਾਰ ਹਰਿੰਦਰਪਾਲ ਸਿੰਘ ਜੀ। ਆਓ ਅੱਜ ਦੇ ਜੋ ਹਾਲਾਤ ਸਾਡੇ ਦੇਸ਼ ਦੇ ਅੰਦਰ ਬਣੇ ਨੇ ਅਤੇ ਇਸ ਦੇਸ਼ ਦੇ ਅੰਦਰ ਜਿਸ ਤਰੀਕੇ ਦੇ ਨਾਲ ਸਾਡੇ ਬੱਚੀਆਂ ਦੇ ਉੱਪਰ ਅਤਿਆਚਾਰ ਹੋ ਰਹੇ ਨੇ, ਜ਼ੁਲਮ ਹੋ ਰਹੇ ਨੇ, ਜਿਸ ਪ੍ਰਕਾਰ ਬਲਾਤਕਾਰ ਦੇ ਕਾਫੀ ਸਾਰੇ ਜਿਹੜੇ ਕੇਸਿਸ ਹੁਣ ਸਾਹਮਣੇ ਆ ਰਹੇ ਨੇ ਤੇ ਪਿਛਲੇ ਸਮੇਂ ਦੇ ਵਿੱਚ ਵੀ ਆਏ ਸਨ ਤੇ ਹੁਣ ਵੀ ਜਿਹੜਾ ਅਸੀਂ ਵੇਖ ਰਹੇ ਹਾਂ ਕਿ ਯੂਪੀ ਦੇ ਵਿੱਚ ਇੱਕ ਬਲਾਤਕਾਰ ਦਾ ਜਿਹੜਾ ਅੱਜ ਕੱਲ੍ਹ ਮੀਡੀਆ ਦੇ ਵਿੱਚ ਕਾਫੀ ਪੱਖਿਆ ਪਿਆ ਹੈ ਇਹ ਮੁੱਦਾ। ਅਸੀਂ ਉੱਪਰ ਆਪਣੇ ਵਿਚਾਰ ਜਿਹੜੇ ਨੇ ਉਹ ਦੇਣਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਭਾਈ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਡਾ ਸਭ ਤੋਂ ਪਹਿਲਾ ਸਵਾਲ ਇਹੀ ਹੋਏਗਾ ਕਿ NCRB ਦੀ ਜਿਹੜੀ ਰਿਪੋਰਟ ਹੈ ਉਹ ਇਹ ਕਹਿ ਰਹੀ ਹੈ ਕਿ ਸਾਡੇ ਦੇਸ਼ ਦੇ ਅੰਦਰ, ਭਾਰਤ ਦੇਸ਼ ਦੇ ਅੰਦਰ ਤਕਰੀਬਨ 16 ਮਿੰਟ ਦੇ ਵਿੱਚ ਇੱਕ ਬਲਾਤਕਾਰ ਹੁੰਦਾ ਹੈ। ਕਿਸੇ ਨਾ ਕਿਸੇ ਬੱਚੀ ਦੀ ਜਿਹੜੀ ਇੱਜ਼ਤ ਹੈ, ਆਬਰੂ ਹੈ, ਉਹ ਰੋਲੀ ਜਾਂਦੀ ਹੈ ਤੇ ਖਾਸ ਤੌਰ ਤੇ ਵਿੱਚ ਯੂਪੀ ਦੇ ਵਿੱਚ ਇਹ ਕ੍ਰਾਈਮ ਜਿਹੜਾ ਬਹੁਤ ਵੱਡੇ ਲੈਵਲ ਤੇ ਉੱਪਰ ਹੋ ਰਿਹਾ। ਇਸ ਬਾਰੇ ਆਪ ਜੀ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਇਸ ਚੈਨਲ ਨੂੰ ਇੱਦਾਂ ਮੈਂ ਅਫਰੀਨ ਕਰਦਾ ਕਿ ਤੁਸੀਂ ਜਿਸ ਮਸਲੇ 'ਤੇ ਅੱਜ ਗੱਲ ਕਰ ਰਹੇ ਹੋ ਇਹ ਇੱਕ ਐਸਾ ਮਸਲਾ ਹੈ ਜਿਸ ਦਾ ਸਿੱਧਾ ਸੰਬੰਧ ਮਨੁੱਖਤਾ ਦੀ ਹੋਂਦ ਨਾਲ ਹੈ, ਹਸਤੀ ਨਾਲ ਹੈ। ਦਰਅਸਲ ਅੱਜ ਦੁਨੀਆ ਜਿਸ ਦੌਰ ਵਿੱਚੋਂ ਗੁਜ਼ਰ ਰਹੀ ਹੈ ਉਸ ਵਿੱਚ ਇੱਕ ਨਵਾਂ ਸਮਾਜ ਉੱਭਰ ਰਿਹਾ ਔਰ ਇਹੋ ਜਿਹਾ ਸਮਾਜ ਜਿਸ ਦਾ ਕਦਰਾਂ ਕੀਮਤਾਂ ਨਾਲ, ਸਹਿਜਤਾ ਨਾਲ, ਪ੍ਰੇਮ ਪਿਆਰ ਨਾਲ, ਨੈਤਿਕਤਾ ਨਾਲ, ਸੰਸਕਾਰਾਂ ਨਾਲ, ਮੋਰੈਲਿਟੀ ਨਾਲ, ਐਥਿਕਸ ਨਾਲ ਕੋਈ ਸੰਬੰਧ ਨਹੀਂ ਰਿਹਾ। ਇਸ ਤਰ੍ਹਾਂ ਲੱਗਦਾ ਕਿ ਮਾਨਸਿਕਤਾ ਜਿਹੜੀ ਹੈ ਉਹ ਗੰਦਲੀ ਹੋ ਗਈ ਹੈ ਔਰ ਮਾਨਸਿਕਤਾ ਇਤਨੀ ਗੰਦਲੀ ਹੋ ਗਈ ਹੈ ਕਿ ਸਿਰਫ ਤੇ ਸਿਰਫ ਬੰਦੇ ਨੂੰ ਜੋ ਹੈ ਉਹ ਜਿਸਮ ਦਿਖਾਈ ਦੇ ਰਿਹਾ, ਨਾ ਮਾਂ ਦਿਖਾਈ ਦੇ ਰਹੀ ਹੈ, ਨਾ ਭੈਣ ਦਿਖਾਈ ਦੇ ਰਹੀ ਹੈ, ਨਾ ਧੀ ਦਿਖਾਈ ਦੇ ਰਹੀ ਹੈ। ਤਾਂ ਇਸ ਸਮੇਂ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੋ ਜਾਏ, ਬੜੀ ਪੁਰਾਣੀ ਇੱਕ ਕਹਾਵਤ ਹੈ ਅਵਾਮ ਕਲਾ ਨਾਮ। ਇਹਦਾ ਮਤਲਬ ਇਹ ਹੈ ਕਿ ਜਿਹੜੀ ਖਲਕਤ ਹੈ, ਜਿਹੜੇ ਮਾਸਿਸ ਨੇ ਉਹ ਅਚੇਤਨ ਹੁੰਦੇ ਨੇ। ਸਮਾਜ ਦੀ, ਰਾਜ ਦੀ, ਧਾਰਮਿਕ ਆਗੂਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਸ ਆਵਾਮ ਨੂੰ ਚੇਤਨ ਕਰਨ ਕਰੈਕਟਰ ਲਈ, ਸੰਸਕਾਰਾਂ ਲਈ, ਐਥਿਕਸ ਲਈ, ਮੋਰੈਲਿਟੀ ਲਈ। ਔਰ ਧਰਮ ਪੈਦਾ ਹੀ ਇਸ ਗੱਲ ਤੋਂ ਲਈ ਹੋਏ ਸੀ। ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਜ਼ਿੰਮੇਵਾਰੀ ਹੈ ਇਹ ਜ਼ਿੰਮੇਵਾਰੀ ਸਮਾਜ ਦੇ ਹਰ ਵਰਗ ਨੇ ਜੋ ਹੈ ਉਸ ਨੂੰ ਬਿਲਕੁਲ ਵਿਸਾਰ ਦਿੱਤਾ ਹੈ। ਨਾ ਸਟੇਟ ਨੇ ਰੱਖੀ, ਨਾ ਧਾਰਮਿਕ ਆਗੂਆਂ ਨੇ ਰੱਖੀ, ਨਾ ਸਮਾਜਿਕ ਆਗੂਆਂ ਨੇ ਰੱਖੀ। ਇਹ ਸਟੇਟ ਦਾ ਵਿਸ਼ਾ ਸੀ ਕਿ ਸਟੇਟ ਜਿਹੜਾ ਹੈ, ਦੇਖੋ ਗੱਲ ਇਹ ਹੈ ਕਿ ਆਵਾਮ ਦੇ ਵਿੱਚ ਕੀ ਚੀਜ਼ ਪੇਸ਼ ਕਰਨੀ ਹੈ। ਜੇ ਆਵਾਮ ਕੋਈ ਗੰਦਗੀ ਮੰਗ ਰਹੀ ਹੈ ਔਰ ਸਟੇਟ ਉਸ ਨੂੰ ਪ੍ਰੋਵਾਈਡ ਕਰ ਰਹੀ ਹੈ ਤੇ ਉਹ ਗੰਦਗੀ ਜਿਹੜੀ ਹੈ ਉਹ ਲੋਕਾਂ ਤੱਕ ਜਾਏਗੀ। ਇਹ ਸਟੇਟ ਦਾ, ਧਾਰਮਿਕ ਆਗੂਆਂ ਦਾ, ਸਮਾਜ ਦੇ ਆਗੂਆਂ ਦਾ ਫਰਜ਼ ਬਣਦਾ ਸੀ ਕਿ ਉਹ ਲੋਕਾਂ ਦੇ ਵਿੱਚ ਚੇਤਨਾ ਪਾਉਂਦੇ ਸੰਸਕਾਰਾਂ ਦੀ। ਤੋ ਕਿੱਥੇ ਨਾ ਕਿੱਥੇ ਮੈਨੂੰ ਲੱਗਦਾ ਹੈ ਕਿ ਪੂਰਾ ਸਿਸਟਮ ਜਿਹੜਾ ਉਹ ਚਰਮਰਾ ਗਿਆ। ਅੱਛਾ, ਜੋ ਯੂਪੀ ਦੇ ਵਿੱਚ ਹੁਣ ਹੋਇਆ ਕਿ ਇੱਕ ਦਲਿਤ ਬੱਚੀ ਦੇ ਨਾਲ ਬਲਾਤਕਾਰ ਹੋਇਆ, ਕੀ ਇਹ ਐਂਟੀ ਦਲਿਤ ਸੋਚ ਤਾਂ ਨਹੀਂ? ਵੈਸੇ ਤਾਂ ਜਦੋਂ ਮੈਂ ਇਹ ਗੱਲ ਕਰ ਰਿਹਾ ਕਿ ਮਾਨਸਿਕਤਾ ਹੀ ਗੰਦਲੀ ਹੋ ਗਈ ਔਰ ਇਹ ਸਮਾਜ ਦੇ ਹਰ ਵਰਗ ਦੇ ਵਿੱਚ ਇਹ ਹੋ ਰਿਹਾ, ਜੁਵੇਨਾਈਲ ਕ੍ਰਾਈਮ ਹੋ ਰਹੇ ਨੇ, ਹੋਰ ਤਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਬਲਾਤਕਾਰ ਹੋ ਰਹੇ ਨੇ ਉਹ ਜੁਵੇਨਾਈਲ ਕਰ ਰਹੇ ਨੇ। ਐਸੀ ਸੁਸਾਇਟੀ ਡਿਵੈਲਪ ਹੋ ਗਈ। ਦੇਖੋ ਇਸ ਦੇਸ਼ ਦੇ ਵਿੱਚ ਅਗਰ ਮੈਂ ਥੋੜ੍ਹਾ ਜਿਹਾ ਪੁਰਾਤਨ ਇਤਿਹਾਸ ਲਵਾਂ ਤਾਂ ਇਸ ਦੇਸ਼ ਦਾ ਸਾਰਾ ਧਰਮ ਦਾ ਸਿਸਟਮ, ਸਾਰੀ ਸਿੱਖਿਆ ਜਿਹੜੀ ਹੈ ਉਹ ਸਾਰੀ ਦੀ ਸਾਰੀ ਜਿਹੜੀ ਹੈ ਉਹ ਬਿਨਾਂ ਪੁੱਛੇ ਪੁਰਸ਼ ਨੇ ਨਿਰਮਿਤ ਕੀਤੀ ਹੈ ਔਰ ਪੁਰਸ਼ ਨੇ ਆਪਣੇ ਹਿਸਾਬ ਨਾਲ ਕਾਇਦੇ ਕਾਨੂੰਨ ਬਣਾ ਲਏ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਹਜ਼ਾਰਾਂ ਸਾਲਾਂ ਤੋਂ ਸ਼ੂਦਰਾਂ ਨੂੰ ਸਮਝਾ ਦਿੱਤਾ ਗਿਆ ਕਿ ਤੁਸੀਂ ਸ਼ੂਦਰ ਹੋ ਤੇ ਹਜ਼ਾਰਾਂ ਸਾਲਾਂ ਤੱਕ ਹੌਲੀ ਹੌਲੀ ਉਹ ਆਪਣੇ ਆਪ ਨੂੰ ਇਨਸਾਨ ਸਮਝਣਾ ਹੀ ਉਹਨਾਂ ਨੇ ਬੰਦ ਕਰ ਦਿੱਤਾ। ਹੁਣ ਵੀ ਤੁਸੀਂ ਦੇਖੋ ਹਾਥਰਸ ਦੇ ਵਿੱਚ ਮੈਂ ਦੇਖ ਰਿਹਾ ਜਦੋਂ ਜਿੰਨਾ ਵੀ ਟੀਵੀ ਦੇ ਵਿੱਚ, ਉਹ ਕੀ ਕਹਿ ਰਹੇ ਨੇ। ਹਜ਼ਾਰਾਂ ਪੁਲਿਸ ਵਾਲੇ ਪਿੰਡ ਨੂੰ ਘੇਰੇ ਹੋਇਆ, ਉਹਦੇ ਉੱਥੇ ਬੈਠੇ ਨੇ, ਉਹ ਕਹਿ ਰਹੇ ਨੇ ਸਾਨੂੰ ਡਰ ਲੱਗ ਰਿਹਾ, ਅਸੀਂ ਡਰੇ ਹੋਏ ਹਾਂ। ਤਾਂ ਇਹ ਕਿੱਥੇ ਨਾ ਕਿੱਥੇ ਉਹਨਾਂ ਦੀ ਸਾਈਕੀ ਦੇ ਵਿੱਚ ਜੋ ਹੈ ਉਹ ਪਾ ਦਿੱਤਾ ਗਿਆ ਕਿ ਤੁਸੀਂ ਜਿਹੜੇ ਸਮਾਜ ਦੇ ਜਿਹੜੇ ਹੈ ਉਹ ਬਹੁਤ ਥੱਲੇ ਦੇ ਸ਼ਹਿਰੀ ਹੈਗੇ ਹੋ। ਇਸੇ ਤਰ੍ਹਾਂ ਇਸਤਰੀ ਨਾਲ ਹੋਇਆ। ਹਜ਼ਾਰਾਂ ਸਾਲਾਂ ਤੋਂ ਇਸਤਰੀ ਨੂੰ ਇਹ ਸਮਝਾ ਦਿੱਤਾ ਗਿਆ ਕਿ ਤੂੰ ਇਨਫੀਰੀਅਰ ਹੈ ਔਰ ਜਿਹੜਾ ਮਰਦ ਹੈ, ਜਿਹੜਾ ਪੁਰਸ਼ ਹੈ, ਉਹ ਜਿਹੜਾ ਉਹ ਸੁਪੀਰੀਅਰ ਹੈ। ਤੋ ਇਹ
ਦੇਖੋ ਸਾਈਕੋਲੋਜੀ ਕਹਿੰਦੀ ਹੈ ਕਿ ਮਨੁੱਖ ਜਿਸ ਚੀਜ਼ ਨੂੰ ਦੇਖਦਾ ਹੈ, ਜਿਸ ਨੂੰ ਸੋਚਦਾ, ਉਹ ਅਜਿਹਾ ਹੋਣ ਦੀ ਲਾਲਸਾ ਪੈਦਾ ਹੋ ਜਾਂਦੀ ਹੈ। ਔਰ ਜਿਹੜੀ ਮੈਂ ਆਵਾਮ ਕਲਾ ਨਾਮ ਦੀ ਗੱਲ ਕੀਤੀ ਹੈ, ਜਦੋਂ ਇੱਕ ਬੱਚਾ ਜੁਵੇਨਾਈਲ ਹੈ, ਅਜੇ ਉਹ ਮੇਜਰ ਵੀ ਨਹੀਂ ਹੋਇਆ, ਉਹ ਜਦੋਂ ਸਮਾਜ ਵਿੱਚ ਸਭ ਕੁਝ ਦੇਖਦਾ, ਉਸ ਨੂੰ ਵੀ ਇਹ ਸਾਈਕੋਲੋਜੀ ਹੈ, ਉਸ ਨੂੰ ਵੀ ਇਹ ਚੀਜ਼ਾਂ ਜਿਹੜੀ ਕਰਨ ਦੀ ਲਾਲਸਾ ਜਿਹੜੀ ਹੈ ਸਮਾਜ ਤੋਂ ਪੈ ਜਾਂਦੀ ਹੈ। ਔਰ ਇਸ ਗੱਲ ਦੇ ਵਿੱਚ ਸਾਰਾ, ਚਾਹੇ ਉਹ ਸਟੇਟ ਹੈ, ਚਾਹੇ ਉਹ ਧਾਰਮਿਕ ਸਾਡਾ ਆਣਾ ਬਾਣਾ ਹੈ, ਔਰ ਚਾਹੇ ਸਮਾਜਿਕ ਹੈ, ਸਾਰੇ ਦੇ ਸਾਰੇ ਲਿਪਤ ਨੇ। ਤਾਂ ਇਸ ਲਈ ਮੈਨੂੰ ਲੱਗਦਾ ਹੈ ਕਿ 21ਵੀਂ ਸੈਂਚੁਰੀ ਦੇ ਵਿੱਚ ਅਸੀਂ ਵਿਚਰ ਰਹੇ ਹਾਂ। ਔਰ ਅੱਜ ਵੀ ਸਾਡੇ ਦੇਸ਼ ਦੇ ਵਿੱਚ ਇਹ ਦਲਿਤਾਂ ਨਾਲ ਜਾਂ ਪਹਿਲਾ ਸ਼ਹਿਰੀ, ਦੂਜਾ ਸ਼ਹਿਰੀ, ਤੀਜੇ ਸ਼ਹਿਰੀ ਦੀ ਅਗਰ ਗੱਲ ਹੋ ਰਹੀ ਹੈ, ਖਾਸ ਕਰਕੇ ਮਿਨੋਰਟੀਜ਼ ਨਾਲ, ਤੇ ਇਹ ਕਿੱਥੇ ਨਾ ਕਿੱਥੇ ਜਿਹੜੀ ਸਾਡੀ ਮਾਨਸਿਕਤਾ ਹੈ, ਇਹ ਮਾਨਸਿਕਤਾ ਹੌਲੀ ਹੌਲੀ ਚਲਦੀ ਸਟੇਟ 'ਤੇ ਚਲੀ ਗਈ, ਰਾਜ 'ਚ ਚਲੀ ਗਈ। ਔਰ ਰਾਜ ਘੱਟ ਗਿਣਤੀ ਕੌਮਾਂ ਨੂੰ ਔਰ ਦਲਿਤਾਂ ਨੂੰ ਉਹਨਾਂ ਦੀਆਂ ਕੋਈ ਡਿਮਾਂਡਸ ਹੋਣ, ਬਿਨਾਂ ਸੋਚੇ ਸਮਝੇ ਉਹਨਾਂ ਨੂੰ ਰਿਜੈਕਟ ਕਰ ਦਿੰਦੇ ਨੇ। ਤੋ ਇੱਕ ਬੜੀ ਵਿਡੰਬਨਾ ਹੈ ਜੋ ਇਹ ਯੂਪੀ ਦਾ ਕੇਸ ਹੋਇਆ। ਔਰ ਮੈਨੂੰ ਲੱਗਦਾ ਕਿ ਇਹ ਦੇਖੋ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਮੈਂ ਕੇਸ ਬਾਰੇ ਜਦੋਂ ਦੇਖਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ 3 ਰੋਗਾਂ ਦੀ ਗੱਲ ਹੋਈ ਹੈ: ਆਦਿ ਰੋਗ, ਵਿਆਦ ਰੋਗ ਤੇ ਉਪਾਦ ਰੋਗ। ਆਦਿ ਰੋਗ ਮਾਨਸਿਕ ਰੋਗ ਹੈ। ਇਹ ਠੀਕ ਜਿਹੜੀ ਮਾਨਸਿਕਤਾ ਦੀ ਜਿਹੜੀ ਮੈਂ ਗੱਲ ਕਰ ਰਿਹਾ, ਸਾਰੀ ਦੀ ਸਾਰੀ ਜਿਹੜਾ ਆਵਾਮ ਹੈ ਉਹ ਆਦਿ ਰੋਗ ਨਾਲ ਗ੍ਰਸਤ ਹੋ ਗਿਆ, ਮਾਨਸਿਕ ਹੋ ਗਿਆ। ਕਿ ਜਿਹੜੀ ਮਾਨਸਿਕਤਾ ਹੈ ਉਹਨੂੰ ਸਿਰਫ ਤੇ ਸਿਰਫ ਜਿਸਮ ਦਿਖਦਾ ਹੈ ਔਰਤ ਵਿੱਚ, ਨਾ ਮਾਂ ਦਿਖਦੀ ਹੈ, ਨਾ ਭੈਣ ਦਿਖਦੀ ਹੈ, ਨਾ ਪਤਨੀ ਦਿਖਦੀ ਹੈ। ਅੱਛਾ ਭਾਈ ਸਾਹਿਬ ਜੀ, ਅਸੀਂ ਇਹ ਵੇਖਦੇ ਹਾਂ ਕਿ ਇਸ ਸਾਰੇ ਦੌਰ ਦੇ ਵਿੱਚ ਜੋ ਐਂਟੀ ਵੂਮੈਨ ਤੇ ਐਂਟੀ ਦਲਿਤ ਸੋਚ ਜ਼ਾਹਿਰ ਹੋ ਰਹੀ ਹੈ, ਤੇ ਸਾਡੇ ਸਮਾਜ ਦੇ ਅੰਦਰ ਇਸ ਪ੍ਰਕਾਰ ਦੇ ਇਹ ਬਲਾਤਕਾਰ ਤੇ ਇਸ ਪ੍ਰਕਾਰ ਦੀਆਂ ਇਹ ਚੀਜ਼ਾਂ ਜਿਹੜੀਆਂ ਬਹੁਤ ਹਾਵੀ ਹੋ ਰਹੀਆਂ ਨੇ, ਤੇ ਇਸ ਨੂੰ ਅਜੋਕੇ ਜ਼ਮਾਨੇ ਦੇ ਵਿੱਚ ਅਜੋਕੀ ਸੋਚ ਦੇ ਵੀ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਕਿਉਂਕਿ ਆਪ ਜੀ ਹੁਣੇ ਜ਼ਿਕਰ ਕੀਤਾ ਕਿ ਅਸੀਂ 21ਵੀਂ ਸਦੀ ਵਿੱਚ ਜਾ ਰਹੇ ਹਾਂ, ਤੇ 21ਵੀਂ ਸਦੀ ਦਾ ਭਾਰਤ ਕੀ ਹੋਏਗਾ? ਮੈਂ ਉਹੀ ਕਹਿ ਰਿਹਾ ਸੀ ਕਿ ਮੈਂ ਜਦੋਂ ਵੀ ਇਸ ਕੇਸ ਨੂੰ ਦੇਖਦਾ, ਸਮਾਜ ਨੂੰ ਦੇਖ ਰਿਹਾ, ਸਾਡੇ ਧਾਰਮਿਕ ਲਾਣੇ ਬਾਣੇ ਨੂੰ ਦੇਖਦਾ, ਤੇ ਮੈਨੂੰ ਪਹਿਲੇ ਪਾਤਸ਼ਾਹ ਦਾ ਉਹ ਸ਼ਬਦ ਇਤਨਾ ਜ਼ਿਆਦਾ ਮੇਰੇ ਜ਼ਹਿਨ ਵਿੱਚ ਆਉਂਦਾ ਕਿ ਰਤਨ ਵਿਗਾੜ ਵਿਗੋਏ ਕੁਤਨੀ, ਮੋਇਆ ਸਾਰ ਨਾ ਕਾਈ। ਪਾਤਸ਼ਾਹ ਕਹਿ ਰਹੇ ਨੇ ਕਿ ਜਿਵੇਂ ਓਪਰੇ ਕੁੱਤੇ ਨੂੰ ਦੇਖ ਕੇ ਦੂਜੇ ਕੁੱਤੇ ਉਸ ਨੂੰ ਜਰ ਨਹੀਂ ਸਕਦੇ, ਸਹਿਣ ਨਹੀਂ ਕਰ ਸਕਦੇ, ਇੱਕ ਦੂਜੇ ਨੂੰ ਪਾੜ ਖਾਂਦੇ ਨੇ, ਇੱਕ ਦੂਜੇ ਦੇ ਜਿਹੜੀਆਂ ਨੇ ਸਕਿਨਸ ਨੂੰ ਉਹ ਨੋਚ ਲੈਂਦੇ ਨੇ। ਇਸੇ ਤਰ੍ਹਾਂ ਸਮਾਜ ਦੇ ਬਦਜ਼ਾਤ ਤੇ ਬੇਗੈਰਤ ਅਨਸਰ, ਬੇਦੋਸ਼ਿਆਂ ਦੇ ਮਜ਼ਲੂਮਾਂ ਦੀ ਜਿਹੜੀ ਉਹ ਬੇਪੱਤੀ ਕਰ ਰਹੇ ਨੇ, ਮਾਰ ਰਹੇ ਨੇ। ਔਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜਾ ਰਾਜ ਹੈ, ਜਿਹੜੀ ਸਟੇਟ ਹੈ, ਉਹ ਉਹਨਾਂ ਦਾ ਸਾਥ ਦੇ ਰਹੀ ਹੈ, ਉਹਨਾਂ ਬਜ਼ਾਤਾਂ ਦੀ ਮਦਦ ਕਰਦੀ ਹੈ। ਸੇਮ ਥਿੰਗ ਇਜ਼ ਹੈਪਨਿੰਗ। ਜਿਹੜੀ ਚੀਜ਼ ਗੁਰੂ ਨਾਨਕ ਪਾਤਸ਼ਾਹ ਨੇ 500 ਸਾਲ ਪਹਿਲੇ ਕਹੀ, ਮੈਨੂੰ ਐਂ ਲੱਗਦਾ ਕਿ ਮੇਰੇ ਆਸ-ਪਾਸ ਉਹ ਸਭ ਕੁਝ ਹੋ ਰਿਹਾ ਹੈ। ਕਿ ਅੱਜ ਗੁਰੂ ਨਾਨਕ ਪਾਤਸ਼ਾਹ ਜੀ, ਆਪ ਜੀ ਨੇ ਗੱਲ ਕੀਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਸ਼ਬਦ ਨੇ, ਜਿਹੜੇ ਬੋਲ ਨੇ, ਉਹਨਾਂ ਬੋਲਾਂ ਨੇ ਜਿਹੜਾ ਸਮਾਜ ਦਾ ਜਿਹੜਾ ਚਿਹਰਾ ਸਾਡੇ ਸਾਹਮਣੇ ਰੱਖਿਆ, ਤੇ ਉਹਨਾਂ ਬੋਲਾਂ ਦੇ ਵਿੱਚ ਰਾਜੇ ਸ਼ੀ ਮੁਕੱਦਮ ਕੁੱਤੇ, ਜਾਇ ਜਗਾਇਨ ਬੈਠੇ ਸੁੱਤੇ, ਚਾਕਰ ਨਾਹੀਂ ਦਾ ਪਾਇਨ ਕਾਓ, ਰਤ ਪਿਤ ਕੁਤਿਓ ਚੜ ਜਾਓ। ਕਿ ਇਹ ਸ਼ਬਦ ਅੱਜ ਦੇ ਸਮਾਜ ਦੇ ਸਾਹਮਣੇ ਜੇ ਰੱਖ ਲਈਏ ਤਾਂ ਸਮਾਜ ਉਸੇ ਤਰੀਕੇ ਨਾਲ ਨਹੀਂ ਦਿਸ ਰਿਹਾ। ਬਿਲਕੁਲ, ਗੁਰੂ ਨਾਨਕ ਪਾਤਸ਼ਾਹ ਨੇ ਇਹ ਬਾਣੀ ਰਚੀ ਵੀ ਇਸ ਲਈ ਸੀ ਕਿ ਉਹ ਪੂਰਾ ਗੁਰੂ ਗ੍ਰੰਥ ਸਾਹਿਬ ਜਦੋਂ ਗੱਲ ਕਰਦਾ ਹੈ, ਇੱਕ ਆਦਰਸ਼ ਮਨੁੱਖ ਦੀ ਗੱਲ ਕਰਦਾ ਹੈ, ਇੱਕ ਆਦਰਸ਼ ਸਮਾਜ ਦੀ ਗੱਲ ਕਰਦਾ ਹੈ, ਇੱਕ ਆਦਰਸ਼ ਰਾਜ ਦੀ ਗੱਲ ਕਰਦਾ ਹੈ। ਰਾਜਾ ਕਿਹੋ ਜਿਹਾ ਹੋਣਾ ਚਾਹੀਦਾ, ਪ੍ਰਜਾ ਕਿਹੋ ਜਿਹੀ ਹੋਣੀ ਚਾਹੀਦੀ ਹੈ। ਮੈਂ ਉਹੀ ਵਾਰ-ਵਾਰ ਕਹਿ ਰਿਹਾ ਕਿ ਇਹ ਜਿਹੜੀ ਇਹ ਸਮੱਸਿਆ, ਇਹ ਕੇਵਲ ਲਾਅ ਐਂਡ ਆਰਡਰ ਦੀ ਸਮੱਸਿਆ ਨਹੀਂ ਹੈ, ਇਹ ਸਮੱਸਿਆ ਧਾਰਮਿਕ ਤੇ ਸਮਾਜਿਕ ਸਮੱਸਿਆ ਵੀ ਹੈ। ਇਹ ਕੀ ਕਾਰਨ ਹੈ ਕਿ 21ਵੀਂ ਸੈਂਚੁਰੀ ਦੀ ਸੁਸਾਇਟੀ ਅੱਜ ਵੀ ਇਸਤਰੀ ਨਾਲ, ਫੀਮੇਲ ਨਾਲ ਵਿਵਹਾਰ ਜਿਹੜਾ ਹੈ ਉਹ ਮਾੜਾ ਕਰ ਰਿਹਾ। ਅੱਜ ਵੀ ਬੜੀ ਜਿਹੜੀ ਡਿਵੈਲਪ ਹੋ ਗਈ ਸੁਸਾਇਟੀ। ਤੋਂ ਪ੍ਰੋਬਲਮ ਇਹ ਹੈਗੀ ਕਿ ਇਸਤਰੀ ਦੇ ਨਾਲ ਘਰ ਦੇ ਵਿੱਚ ਮਰਦਗਿਰਦੀ ਹੁੰਦੀ ਹੈ, ਬਾਜ਼ਾਰਾਂ ਦੇ ਵਿੱਚ ਗੁੰਡਾਗਰਦੀ ਹੁੰਦੀ ਹੈ। ਦੋਨਾਂ ਪਾਸੋਂ ਇਸਤਰੀ ਜਿਹੜੀ ਹੈ ਉਹ ਫੋਈ ਜਾ ਰਹੀ ਹੈ। ਦੇਖੋ, ਸਮਿਰਤੀਆਂ ਦੇ ਵਿੱਚ ਇੱਕ ਥਾਂ 'ਤੇ ਆਉਂਦਾ, ਅਸੀਂ ਉਸ ਧਰਤੀ ਦੇ ਉੱਤੇ ਰਹਿ ਰਹੇ ਹਾਂ ਜਿਨ੍ਹਾਂ ਦੀਆਂ ਸਮਿਰਤੀਆਂ ਦੇ ਵਿੱਚ ਆਉਂਦਾ ਹੈ ਕਿ ਜਦੋਂ ਬੇਟੀ ਕੁਆਰੀ ਹੈ, ਇਸਤਰੀ ਕੁਆਰੀ ਹੈ, ਉਹ ਪਿਤਾ ਦੇ ਅਧੀਨ ਰਵੇ। ਜਦੋਂ ਵਾਈਫ ਹੈ, ਪਤਨੀ ਹੈ, ਉਹ ਪਤੀ ਦੇ ਅਧੀਨ ਰਹੇ। ਔਰ ਬਦਕਿਸਮਤੀ ਨਾਲ ਅਗਰ ਉਹ ਵਿਧਵਾ ਹੈ ਤਾਂ ਆਪਣੇ ਪੁੱਤਰ ਦੇ ਅਧੀਨ ਰਹੇ। ਇਸ ਤਰ੍ਹਾਂ ਦੀਆਂ ਜਿਹੜੀਆਂ ਸਭਿਤਾਵਾਂ ਦੇ ਵਿੱਚੋਂ ਇਹ ਦੇਸ਼ ਜਿਹੜਾ ਹੈ, ਇਹ ਦੇਸ਼ ਗੁਜ਼ਰਿਆ ਹੈ ਹਜ਼ਾਰਾਂ ਸਾਲਾਂ ਤੋਂ। ਕਾਹਦੀ 21ਵੀਂ ਸੈਂਚੁਰੀ ਆ ਗਈ, ਕਾਹਦੇ ਮਾਡਰਨ ਏਰਾ ਆ ਗਿਆ ਜੇ ਅਜੇ ਵੀ 21ਵੀਂ ਸੈਂਚੁਰੀ ਸਾਡੀ ਜਿਹੜੀ ਉਹ ਮਾਨਸਿਕਤਾ ਹੈ, ਜਿਹੜੀ ਹੈ ਸੋਚ ਜਿਹੜੀ ਹੈ ਉਹ ਬਿਮਾਰ ਹੈ।
ਅਸੀਂ ਦੇਖੋ ਮਾਡਰਨਿਟੀ ਜਿਹੜੀ ਹੈ ਉਹ ਕੱਪੜਿਆਂ ਨਾਲ ਜਾਂ ਬੋਲਾਂ ਨਾਲ ਨਹੀਂ ਹੁੰਦੀ। ਮਾਡਰਨਿਟੀ ਜਿਹੜੀ ਹੈ ਇਹਦਾ ਸੰਬੰਧ ਮਾਨਸਿਕਤਾ ਨਾਲ ਹੈ, ਤੁਹਾਡੀ ਸੁਰਤ ਦੇ ਨਾਲ ਹੈ, ਉਹ ਸਮਝ ਦੇ ਨਾਲ ਹੈ। ਤਾਂ ਮੈਂ ਇਹੀ ਸਮਝਦਾ ਕਿ ਇਸਤਰੀ ਦੀ ਕੁੱਖ ਵਿੱਚ 9 ਮਹੀਨੇ ਮੁਫਤ ਦਾ ਪਾਲਣ ਪੋਸ਼ਣ ਕਰਨ ਵਾਲਾ ਮਰਦ ਜਦੋਂ ਪੈਦਾ ਹੁੰਦਾ ਹੈ ਉਦੋਂ ਉਹ ਸੁਪੀਰੀਅਰ ਹੋ ਜਾਂਦਾ ਹੈ ਔਰ ਉਹਨੂੰ ਜੰਮਣ ਵਾਲੀ ਇਨਫੀਰੀਅਰ ਹੋ ਜਾਂਦੀ ਹੈ। ਇਹ ਜਿਹੜਾ ਸਾਡੇ ਸਮਾਜ ਦੇ ਵਿੱਚ ਇਤਨਾ ਜੋ ਨੀਵਾਂਪਨ ਸੀ, ਇਹਨੂੰ ਧਰਮ ਨੇ, ਇਹਨੂੰ ਸਮਾਜ ਨੇ, ਇਹਨੇ ਰਾਜ ਨੇ ਇਹਨੂੰ ਠੀਕ ਕਰਨਾ ਸੀਗਾ। ਦੇਖੋ ਇਹ ਸੱਚ ਨਹੀਂ ਕਿ ਇਸਤਰੀ ਜਿਹੜੀ ਹੈ ਸਾਡੇ ਸਾਹਮਣੇ ਕਈ ਰੂਪਾਂ ਵਿੱਚ ਆਉਂਦੀ ਹੈ, ਮਾਂ ਦੇ ਰੂਪ ਵਿੱਚ, ਪਤਨੀ ਦੇ ਰੂਪ ਵਿੱਚ, ਭੈਣ ਦੇ ਰੂਪ ਵਿੱਚ। ਇਸਤਰੀ ਦੇ ਕਿਸ ਰੂਪ ਨਾਲ ਮਨੁੱਖ ਨੂੰ, ਇਨਸਾਨ ਨੂੰ, ਮਰਦ ਨੂੰ ਕਿਸ ਤਰ੍ਹਾਂ ਪੇਸ਼ ਆਣਾ ਹੈ, ਇਹਦਾ ਸਲੀਕਾ ਅਜੇ ਸਿੱਖਣਾ ਬਾਕੀ ਹੈ। ਜੇ ਮੈਂ ਥੋੜ੍ਹਾ ਜਿਹਾ ਹਾਰਸ਼ ਹੋ ਕੇ ਕਹਾਂ, ਇਹਦੀ ਤਮੀਜ਼ ਸਿੱਖਣੀ ਅਜੇ ਬਾਕੀ ਹੈ। ਤਾਂ ਇਹ ਇੱਕ ਬੜਾ, ਮੈਂ ਸਮਝਦਾ ਕਿ ਬੜਾ ਸੰਜੀਦਾ ਮਸਲਾ ਹੈ ਕਿ ਫਿਰ ਮੈਨੂੰ ਪਹਿਲੇ ਪਾਤਸ਼ਾਹ ਦਾ ਇੱਕ ਫਰਮਾਨ ਧਿਆਨ ਆ ਗਿਆ, ਕਿਉਂਕਿ ਇਸ ਸਮਾਜ ਨੇ, ਇਸ ਧਰਮ ਦੇ ਤਾਨੇ ਬਾਣੇ ਨੇ ਇਤਨਾ ਜ਼ਿਆਦਾ ਸਮਾਜ ਨੂੰ ਔਰ ਹਰ ਬੰਦੇ ਨੂੰ ਆਪਣੇ ਅੰਦਰ ਇਨਵੋਲਵ ਹੋ ਗਏ, ਇੰਟਰਕਨੈਕਟਡ ਹੋ ਗਏ ਕਿ ਉਹ ਸ਼ਲੋਕ ਮੱਲਾ ਪਹਿਲਾ ਦਾ ਕਿ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਿਨਗੀਰਾ ਦੁਆਂ ਦੀਆਂ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਸਭ ਜੋ ਸਿਸਟਮ ਪੈਰ ਜੋ ਹੋ ਰਿਹਾ ਸਾਡੇ ਆਸ-ਪਾਸ, ਇਹ ਇਸ ਤਰ੍ਹਾਂ ਦਾ ਹੋ ਰਿਹਾ। ਉਸ ਲਈ ਮੈਂ ਸਮਝਦਾ ਕਿ ਕਾਰਨ ਇਹ ਹੋਇਆ ਕਿ ਸਿਰਫ ਤੇ ਸਿਰਫ ਸਮਾਜ ਦੇ ਵਿੱਚ ਸਰੀਰਕ ਤਲ 'ਤੇ ਜੀਣਾ ਸਿਖਾਇਆ ਜਾ ਰਿਹਾ, ਮਾਨਸਿਕ ਤਲ 'ਤੇ ਨਹੀਂ। ਔਰ ਜਦੋਂ ਤੱਕ ਸਰੀਰ ਦੇ ਤਲ 'ਤੇ ਜੀਣਾ ਜਾਰੀ ਰਹੇਗਾ, ਇਸ ਤਰ੍ਹਾਂ ਦੇ ਉਪਦਰਵ ਰਹਿਣਗੇ, ਇਸ ਤਰ੍ਹਾਂ ਦੇ ਉਪਦਰਵ ਹੁੰਦੇ ਰਹਿਣਗੇ। ਇੱਥੇ ਕਈ ਹਾਥਰਸ ਹੋਣਗੇ, ਇੱਥੇ ਕਈ ਯੂਪੀ ਵਰਗੇ ਜਿਹੜੇ ਦਲਿਤਾਂ ਨਾਲ, ਹਰ ਸਮਾਜ ਦੇ ਹਰ ਵਰਗ ਨਾਲ ਇਹ ਚੀਜ਼ਾਂ ਹੁੰਦੀਆਂ ਰਹਿਣਗੀਆਂ। ਦੇ ਵੀ ਆਰ ਡਿਵਾਈਡਡ ਵਿਦ ਇਨ ਸੈਂਸਿਟਿਵ ਆਫ ਔਰਗਨਸ ਜਿਹੜੇ ਨੇ ਉਹ ਹੈਵ ਡਾਈਡ। ਜਿਹੜੇ ਸੈਂਸਿਸ ਦੇ ਔਰਗਨਸ ਨੇ ਉਹ ਮਰ ਚੁੱਕੇ ਨੇ, ਕਿਉਂਕਿ ਸਾਡਾ ਸਮਾਜ, ਸਾਡਾ ਧਰਮ ਉਹਨਾਂ ਨੂੰ ਸਿੱਧਾ ਰਸਤਾ ਨਹੀਂ ਦਿਖਾ ਰਿਹਾ। ਤਾਂ ਇਹ ਕੁਝ ਕਾਰਨ ਨੇ। ਸਰੀਰ ਦੇ ਵਿੱਚੋਂ ਜਿਤਨੇ ਸਰੀਰ ਦੇ ਦਰਵਾਜ਼ੇ ਨੇ, ਉਹਨਾਂ 'ਚ ਜਿੱਥੋਂ ਜੀਵਨ ਪ੍ਰਵੇਸ਼ ਹੁੰਦਾ ਹੈ, ਜਿੱਥੋਂ ਲਾਈਫ ਪ੍ਰਵੇਸ਼ ਹੁੰਦੀ ਹੈ, ਵੇ ਆਫ ਲਾਈਫ ਹੁੰਦੀ ਹੈ, ਉਹ ਬੰਦ ਹੋ ਚੁੱਕੇ ਨੇ। ਉਹ ਸਾਡੇ ਸਿਸਟਮ ਨੇ ਕਰ ਦਿੱਤੇ ਨੇ, ਆਸ-ਪਾਸ ਦੇ ਮਾਹੌਲ ਨੇ ਕਰ ਦਿੱਤੇ। ਤੋ ਯੂ ਕ੍ਰੀਏਟ ਦਾ ਇਨਵਾਇਰਮੈਂਟ, ਇਨਵਾਇਰਮੈਂਟ ਵਿਲ ਡੂ ਦਾ ਜੌਬ। ਸਾਨੂੰ ਇਹ ਸਾਰਾ ਇਨਵਾਇਰਮੈਂਟ ਜਿਹੜਾ ਹੈ ਉਹ ਬਦਲਣਾ ਪਏਗਾ। ਕਿ ਇਸ ਪ੍ਰਕਾਰ ਦੇ ਜਿਹੜੇ ਅਸੀਂ ਵੇਖ ਰਹੇ ਹਾਂ ਕਿ ਵੈਸ਼ੀਪਨ ਦੇ ਜਿਹੜੇ ਇਸ ਪ੍ਰਕਾਰ ਦੇ ਇਹ ਕਾਰਨਾਮੇ ਹੋ ਰਹੇ ਨੇ, ਤੇ ਉਹ ਵੀ ਖਾਸ ਤੌਰ ਦੇ ਉੱਪਰ ਛੋਟੀਆਂ ਜਾਤਾਂ ਉੱਪਰ, ਦਲਿਤਾਂ ਦੇ ਉੱਪਰ, ਘੱਟ ਗਿਣਤੀਆਂ ਦੇ ਉੱਪਰ, ਕੀ ਇਹ ਤੁਹਾਨੂੰ ਲੱਗਦਾ ਨਹੀਂ ਕਿ ਇਸ ਦੇਸ਼ ਦੇ ਅੰਦਰ ਇਹਨਾਂ ਘੱਟ ਗਿਣਤੀ ਕੌਮਾਂ ਨੂੰ ਦਬਾਉਣ ਦੇ ਲਈ ਤੇ ਉਹਨਾਂ ਦੀ ਆਵਾਜ਼ ਨੂੰ ਜਿਹੜਾ ਉਹ ਬੰਦ ਕਰਨ ਦੇ ਲਈ ਇਹ ਸਾਰਾ ਤਾਮਝਾਮ 'ਚ ਹੋ ਰਿਹਾ? ਦੇਖੋ ਇਹ ਕੀ ਹੁੰਦਾ ਕਿ ਜਿਹੜੀਆਂ, ਜਿਵੇਂ ਸ਼ੂਦਰ ਦੀ ਗੱਲ ਹੈ, ਛੋਟੇ ਲੋਕਾਂ ਦੀ ਗੱਲ ਹੈ, ਉਹਨਾਂ ਨੂੰ ਦਬਾਉਣਾ ਆਸਾਨ ਬੜਾ ਹੁੰਦਾ ਹੈ। ਉਹਨਾਂ ਨੂੰ ਦਬਾਉਣਾ ਜੋ ਹੈ ਬੜਾ ਔਖਾ ਨਹੀਂ ਹੁੰਦਾ। ਕਿਸੇ ਵੱਡੇ ਚੀਜ਼ ਨੂੰ ਹੱਥ ਪਾਉਣਾ ਮੁਸ਼ਕਲ ਹੁੰਦਾ। ਇਸ ਲਈ ਇਹਨਾਂ ਲੋਕਾਂ ਦੇ ਨਾਲ ਜੋ ਹੈ ਇਸ ਤਰ੍ਹਾਂ ਦੇ ਕ੍ਰਾਈਮ ਆਮ ਦੇਖੇ ਜਾ ਰਹੇ ਨੇ। ਹੁਣ ਮੈਨੂੰ ਲੱਗਦਾ ਕਿ ਸਾਨੂੰ ਸੋਚਣ ਦਾ ਵਕਤ ਆ ਗਿਆ। ਹੁਣ ਟਾਈਮ ਹੈਜ਼ ਕਮ ਕਿ ਸਾਨੂੰ ਸਮਾਜਿਕ ਤੌਰ 'ਤੇ, ਧਾਰਮਿਕ ਤੌਰ 'ਤੇ, ਜਦੋਂ ਸਮਾਜ ਠੀਕ ਹੋ ਜਾਏਗਾ ਉਦੋਂ ਰਾਜ ਵੀ ਠੀਕ ਹੋ ਜਾਏਗਾ। ਕਹਿੰਦੇ ਨਾ ਜਿਹੋ ਜੀ ਪ੍ਰਜਾ ਉਹਨਾਂ ਨੂੰ ਰਾਜਾ ਉਹ ਜਿਹਾ ਹੀ ਮਿਲਦਾ। ਇਹ ਸਾਡੀਆਂ ਗਲਤੀਆਂ ਕਰਕੇ ਜੇ ਰਾਜ ਦੇ ਵਿੱਚ ਕੁਝ ਠੀਕ ਨਹੀਂ ਹੈ, ਕਿੱਥੇ ਨਾ ਕਿੱਥੇ ਜਿਹੜਾ ਆਵਾਮ ਹੈ ਉਹ ਜਿਹੜਾ ਉਹ ਜ਼ਿੰਮੇਵਾਰ ਹੈ। ਤਾਂ ਮੈਨੂੰ ਲੱਗਦਾ ਹੈ ਕਿ ਇਸ ਪ੍ਰੋਬਲਮ ਦਾ, ਸਮੱਸਿਆ ਦਾ ਨਿਦਾਨ ਜਿਹੜਾ ਹੈ ਉਹ ਸਾਨੂੰ ਸਭ ਨੂੰ ਮਿਲ ਕੇ ਕਰਨਾ ਪਏਗਾ। ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਨਾਲ ਲੈ ਕੇ ਸਾਨੂੰ ਉਹ ਕਰਨਾ ਪਏਗਾ। ਤਾਂ ਉਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਇਸ ਲਈ ਕਹਿ ਰਿਹਾ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਕਿਉਂਕਿ ਇੱਕ ਬੜੀ ਖੂਬਸੂਰਤ ਕਹਾਵਤ ਹੈ ਕਿ ਇਫ ਯੂ ਆਰ ਨਾਟ ਦਾ ਪਾਰਟ ਆਫ ਸੋਲਿਊਸ਼ਨ ਦੈਨ ਯੂ ਆਰ ਦਾ ਪਾਰਟ ਆਫ ਪ੍ਰੋਬਲਮ। ਤਾਂ ਸਾਨੂੰ ਹੁਣ ਸੋਲਿਊਸ਼ਨ ਜੋ ਹੈ ਉਹ ਲੱਭਣ ਦੀ ਬੜੀ ਜ਼ਰੂਰਤ ਹੈ, ਔਰ ਬੜੇ ਫੌਰੀ ਤੌਰ 'ਤੇ ਔਰ ਬੜੇ ਵਾਰ ਲੈਵਲ 'ਤੇ ਸਾਨੂੰ ਇਸ ਬਾਰੇ ਬੈਠ ਕੇ ਸਿਰ ਜੋੜ ਕੇ ਸਮੱਸਿਆ ਦਾ ਹੱਲ ਕਰਨਾ ਚਾਹੀਦਾ। 21ਵੀਂ ਸਦੀ ਦਾ ਭਾਰਤ ਤੁਸੀਂ ਵੇਖਦੇ ਹੋ, ਜਿਸ ਦੇ ਅੰਦਰ ਅਸੀਂ ਅੱਜ ਵੇਖਦੇ ਹਾਂ ਕਿ ਸਾਡੇ ਦਲਿਤ ਜਿਹੜਾ ਸਮਾਜ ਹੈ ਉਸ ਨੂੰ ਵੀ ਦਬਾਇਆ ਜਾ ਰਿਹਾ, ਕਿਸਾਨ ਜਿਹੜਾ ਕਿਸਾਨ ਨੂੰ ਵੀ ਦਬਾਇਆ ਜਾ ਰਿਹਾ, ਕਿਸੇ ਨਾ ਕਿਸੇ ਤਰੀਕੇ ਉਸ ਨੂੰ ਵੀ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ 21ਵੀਂ ਸਦੀ ਦੇ ਵਿੱਚ ਭਾਰਤ ਦੇਸ਼ ਨੂੰ ਤੁਸੀਂ ਕਿਸ ਐਂਗਲ ਤੋਂ ਵੇਖਦੇ ਹੋ, ਕਿਸ ਤਰੀਕੇ ਨਾਲ ਵੇਖਦੇ ਹੋ? ਇਹ ਕੀ ਅੱਗੇ ਵੱਧ ਸਕਦਾ ਇਸ ਤਰੀਕੇ ਨਾਲ? ਨਹੀਂ ਜੀ, ਗੱਲ ਸਿਰਫ ਇਤਨੀ ਹੈ ਕਿ ਅਗਰ ਕਿਸੇ ਵੀ ਰਾਜ ਦੇ ਵਿੱਚ ਲੋਕ ਖੁਸ਼ ਨਹੀਂ ਨੇ, ਉੱਥੇ ਸਮਾਜ ਵੀ ਖੁਸ਼ ਨਹੀਂ ਹੋ ਸਕਦਾ, ਉਹ ਦੇਸ਼ ਵੀ ਖੁਸ਼ਹਾਲ ਨਹੀਂ ਹੋ ਸਕਦਾ। ਇਹ ਤੈਅ। ਜਿਹੜੀ ਗੱਲ ਹੁਣ ਤੁਸੀਂ ਇੱਕ ਥੋੜ੍ਹੀ ਜਿਹੀ ਹਟ ਕੇ ਕੀਤੀ ਹੈ ਕਿਸਾਨਾਂ ਵਾਲੀ, ਇਹ ਜਿੱਥੇ ਅੰਨਦਾਤਾ ਨੂੰ ਆਪਣੀ ਕਿਸੇ ਗੱਲ ਲਈ ਸੜਕਾਂ 'ਤੇ ਆਉਣਾ ਪਵੇ, ਸਮਝ ਲਓ
कि ਇਹ ਇੱਕ ਬੜੇ ਬੁਰੇ ਸਮੇਂ ਦਾ ਸੰਕੇਤ ਹੈ। ਤੋ 21ਵੀਂ ਸਦੀ ਦਾ ਮੈਂ ਫਿਰ ਕਹਿ ਰਵਾਂ ਕਿ ਗੱਲ ਸਦੀਆਂ ਦੀ ਨਹੀਂ ਹੈ। ਅਸੀਂ 21ਵੀਂ ਸਦੀ ਦੇ ਵਿੱਚ ਜੀ ਰਹੇ ਹਾਂ, ਲੇਕਿਨ ਸਾਡੀ ਅਗਰ ਮੈਂਟੈਲਿਟੀ ਵੀ 12ਵੀਂ 13ਵੀਂ ਸ਼ਤਾਬਦੀ ਦੀ ਹੈ ਤਾਂ ਫਿਰ ਉਹਨੂੰ ਅਸੀਂ 21ਵੀਂ ਸਦੀ ਨੂੰ ਮੇਰਾ ਖਿਆਲ ਕਹਿ ਕੇ ਸਾਨੂੰ 21ਵੀਂ ਸਦੀ ਨੂੰ ਤਾਂ ਬਦਨਾਮ ਨਹੀਂ ਕਰਨਾ ਚਾਹੀਦਾ। ਜਿਹੜੀ ਵੀ ਸਦੀਆਂ ਨੇ, ਸਦੀਆਂ ਜਿਹੜੀਆਂ ਨੇ ਉਹ ਮੈਂਟਲ ਅਵਸਥਾ ਦੇ ਨਾਲ ਅੱਗੇ ਪਿੱਛੇ ਹੁੰਦੀਆਂ ਨੇ। ਜੇ ਸਾਡੀ ਮੈਂਟਲ ਅਵਸਥਾ ਉਹੀ ਸ਼ੂਦਰਾਂ ਵਾਲੀ ਹੈ, ਉਹੀ ਇਸਤਰੀ ਨੂੰ ਦਬਾਉਣ ਵਾਲੀ ਹੈ, ਤਾਂ ਫਿਰ ਦੈਨ ਵੀ ਆਰ ਲਿਵਿੰਗ ਇਨ 8th 9th 10th ਸੈਂਚੁਰੀ। ਮੇਰੇ 21ਵੀਂ ਸਦੀ ਤੋਂ ਕਹਿਣ ਤੋਂ ਭਾਵ ਇਹ ਸੀਗਾ ਆਉਣ ਵਾਲਾ ਭਵਿੱਖ ਕੀ ਹੋਵੇਗਾ। ਨਹੀਂ, ਆਉਣ ਵਾਲਾ ਭਵਿੱਖ ਗੁਰੂ ਮਹਾਰਾਜ ਕਿਰਪਾ ਕਰੇਗਾ ਜੇ ਹਰ ਇਨਸਾਨ, ਚਾਹੇ ਉਹ ਸਮਾਜਿਕ ਤੌਰ 'ਤੇ ਹੈ, ਚਾਹੇ ਉਹ ਧਾਰਮਿਕ ਤੌਰ 'ਤੇ ਹੈ, ਚਾਹੇ ਰਾਜਸੀ ਤੌਰ 'ਤੇ, ਆਪਣੀਆਂ ਜਦੋਂ ਜ਼ਿੰਮੇਵਾਰੀਆਂ ਸਮਝੇਗਾ, ਜਦੋਂ ਆਪਣੇ ਫਰਜ਼ਾਂ ਨੂੰ ਸਮਝੇਗਾ, ਤੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਗੁਰੂ ਮਹਾਰਾਜ ਕਿਰਪਾ ਕਰੇਗੀ। ਔਰ ਸਾਨੂੰ, ਕਿਉਂਕਿ ਇਸ ਕੰਟੈਸਟ ਦੇ ਵਿੱਚ ਮੈਨੂੰ, ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਵਿਦਿਆਰਥੀ ਹਾਂ, ਤਾਂ ਮੈਨੂੰ ਫਿਰ ਬੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਨਿਦਾਨ ਹੈ। ਰਾਜ ਬਾਰੇ ਵੀ ਹੈ, ਧਰਮ ਬਾਰੇ ਵੀ ਹੈ, ਸਮਾਜ ਬਾਰੇ ਵੀ ਹੈ, ਮਨੁੱਖ ਬਾਰੇ ਵੀ ਹੈ। ਜੇ ਮਨੁੱਖ ਆਦਰਸ਼ਕ ਹੋਏਗਾ, ਸਿਰਫ ਗੁਰੂ ਨਾਨਕ ਸਾਹਿਬ ਨੇ ਸਿਰਫ ਮਨੁੱਖ ਨੂੰ ਆਦਰਸ਼ਕ ਹੋਣ ਲਈ ਨਹੀਂ ਕਿਹਾ, ਗੁਰੂ ਨਾਨਕ ਸਾਹਿਬ ਨੇ ਸਮਾਜ ਨੂੰ ਵੀ ਆਦਰਸ਼ ਬਣਾਉਣ ਦੀ ਗੱਲ ਕੀਤੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਬਾਣੀ ਰਾਹੀਂ ਇਹ ਐਲਾਨ ਕਰ ਦਿੱਤਾ ਗਿਆ ਕਿ ਐਸਾ ਧਰਮ, ਐਸਾ ਸਮਾਜ ਜੋ ਇਸਤਰੀ ਦੇ ਅਧਿਕਾਰਾਂ ਦਾ ਹਨਨ ਕਰੇ, ਉਸ ਐਸੇ ਸਮਾਜ ਨੂੰ, ਐਸੇ ਧਰਮ ਨੂੰ ਅਪਣਾਉਣ ਦੇ ਵਿੱਚ ਕੋਈ ਉਚਿਤਤਾ ਨਹੀਂ ਹੈ। ਉਸ ਨੂੰ ਜਿਹੜਾ ਉਸ ਨੂੰ ਰਿਜੈਕਟ ਕਰ ਦੇਣਾ ਚਾਹੀਦਾ ਹੈ। ਤੇ ਸਮਾਜ ਨੂੰ, ਪੂਰੇ ਸਮਸਤ ਸਮਾਜ ਨੂੰ ਔਰ ਪੂਰੇ ਸਿਸਟਮ ਨੂੰ ਦੁਰਸਤ ਕਰਨ ਲਈ ਕਿੱਡਾ ਵਧੀਆ ਫਾਰਮੂਲਾ ਦਿੱਤਾ, ਸਤ ਸੁਹਾਨ ਸਦਾ ਮਨ ਚਾਓ, ਕਿ ਇਸ ਦੁਨੀਆ ਨੂੰ ਖੂਬਸੂਰਤ ਬਣਾਉਣ ਲਈ ਸਦਾ ਮਨੁੱਖ ਦੇ ਮਨ ਦੇ ਵਿੱਚ ਚਾਅ ਹੋਣਾ ਚਾਹੀਦਾ ਹੈ। ਕਿਤਨੀ ਵੱਡੀ ਗੱਲ ਕੀਤੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾਧਾਰ। ਇਹ ਜਿਹੜਾ ਜਗਤ ਜਲੰਦਾ ਕਿਹਾ ਹੈ, ਇਹ ਇਹੋ ਜਿਹੀਆਂ ਵਾਰਦਾਤਾਂ ਕਰਕੇ ਕਿਹਾ ਹੈ। ਇਹ ਜਿਹੜੀਆਂ ਵਾਰਦਾਤਾਂ ਹਾਥਰਸ 'ਚ ਹੋਈਆਂ ਨੇ, ਜਿਹੜੇ ਆਪਸੀ ਵੈਰ ਵਿਰੋਧ ਨੇ, ਜਿਹੜੀਆਂ ਨਫ਼ਰਤਾਂ ਨੇ ਇੱਕ ਦੂਜੇ ਦੇ ਨਾਲ, ਇਹ ਇਸ ਲਈ ਜਗਤ ਜਲ ਰਿਹਾ ਹੈ। ਇਸ ਲਈ ਇਹ ਅਰਦਾਸ ਕੀਤੀ ਗਈ ਸੀ ਤੇ ਕਿ ਇਸ ਸਮਾਜ ਨੂੰ, ਇਸ ਦੇਸ਼ ਨੂੰ, ਇਸ ਧਰਤੀ ਨੂੰ ਜਿਹੜੀ ਇਸ ਅੱਗ ਤੋਂ ਬਚਾਓ। ਔਰ ਉਸ ਅੱਗ ਤੋਂ ਤਾਂ ਬਚਿਆ ਜਾ ਸਕਦਾ ਜਿਸ ਦਿਨ ਅਸੀਂ ਜੋ ਹੈ ਇਸ ਦੇ ਨਿਦਾਨ ਵੱਲ ਚੱਲਾਂਗੇ। ਸਮਾਜ ਨੂੰ ਸਮਾਜ ਕਿਵੇਂ ਠੀਕ ਹੋਏਗਾ? ਜਦੋਂ ਘਰ ਵਿੱਚ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਨਵੇਂ ਜਿਹੜੇ ਆਉਣ ਵਾਲੇ ਸਮਾਜ ਦੇ ਵਾਰਸ ਬਣਨ ਵਾਲੇ, ਜਦੋਂ ਅਸੀਂ ਉਹਨਾਂ ਨੂੰ ਵੈਲਿਊ ਸਿਸਟਮ ਦੇਵਾਂਗੇ। ਅੱਛਾ, ਇਸ ਤੋਂ ਇਲਾਵਾ ਆਪ ਜੀ ਸਮਾਜ ਨੂੰ ਕਿਸ ਤਰੀਕੇ ਦੀ ਸੇਧ ਜਿਹੜੀ ਹੈ ਉਹ ਦੇਣਾ ਚਾਹੋਗੇ ਧਾਰਮਿਕ ਤੌਰ ਦੇ ਉੱਪਰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ, ਕਿਉਂਕਿ ਆਪ ਜੀ ਸਟੂਡੈਂਟ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਕਹਿ ਰਹੇ ਹੋ, ਤੇ ਆਪ ਜੀ ਕਿਸ ਤਰੀਕੇ ਦੀ ਸੇਧ ਅਗਰ ਦੇ ਸਕਦੇ ਹੋ? ਮੈਂ ਸਮਝਦਾ ਵੀਰ ਜੀ ਕਿ ਜੋ ਬੱਚਾ ਜਦੋਂ ਵੀ ਇਸ ਦੁਨੀਆ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਉਹ ਇੱਕ ਕੋਰੀ ਸਲੇਟ ਦੀ ਤਰ੍ਹਾਂ ਹੈ। ਔਰ ਉਸ ਸਲੇਟ 'ਤੇ ਤੁਸੀਂ ਜੋ ਲਿਖਣਾ ਚਾਹੋ ਉਸ ਨੂੰ ਲਿਖ ਸਕਦੇ ਹੋ। ਵਿਵੇਕ ਨਾਲ ਲਿਖੋਗੇ, ਸਾਦਗੀ ਨਾਲ ਲਿਖੋਗੇ ਤਾਂ ਉਹ ਇੱਕ ਚੰਗਾ ਇਨਸਾਨ ਬਣੇਗਾ। ਅਗਰ ਗੰਦਗੀ ਲਿਖੋਗੇ ਤਾਂ ਉਹ ਇੱਕ ਮਾੜਾ ਅਨਸਰ ਬਣੇਗਾ। ਔਰ ਇਸ ਲਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਮਾਲ ਦਾ ਫਰਮਾਨ ਹੈ ਕਿ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੋ ਹਰ ਬਾਂਝਾ। ਇਹ ਕੋਈ ਬਦਦੁਆ ਨਹੀਂ ਹੈ। ਇਸ ਸਮਾਜ ਨੂੰ, ਘਰਾਂ ਦੇ, ਸੁਸਾਇਟੀ ਨੂੰ, ਘਰਾਂ ਦੇ ਮਾਹੌਲ ਨੂੰ ਠੀਕ ਕਰਨ ਲਈ ਇਹ ਗੁਰੂ ਸਾਹਿਬ ਨੇ ਕਿਹਾ, ਦ ਮਦਰ ਹੂ ਕੈਨ ਨਾਟ ਰੇਜ਼ ਹਰ ਚਿਲਡਰਨ ਟੂ ਬੀ ਅ ਗੁੱਡ ਹਿਊਮਨ ਬੀਇੰਗ। ਐਸੀ ਮਾਤਾ ਪਿਤਾ ਜਿਹੜੇ ਆਪਣੇ ਬੱਚੇ ਨੂੰ ਸੰਸਕਾਰ ਨਹੀਂ ਦੇ ਸਕਦੇ, ਐਥਿਕਸ ਨਹੀਂ ਦੇ ਸਕਦੇ, ਬੈਟਰ ਹੈ ਉਹ ਬੱਚਾ ਪੈਦਾ ਹੀ ਨਾ ਕਰੇ। ਬਾਂਝ ਤੋਂ ਮਤਲਬ ਇਹ ਹੈ ਕਿ ਉਹ ਬੱਚਾ ਬਾਂਝ ਜੋ ਹੈ ਹੋ ਜਾ, ਮਤਲਬ ਬੱਚਾ ਪੈਦਾ ਨਾ ਕਰੇ। ਇਸੇ ਤਰ੍ਹਾਂ ਜੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਭਈ ਮਹਿਤਾਰੀ, ਭਗਤ ਕਬੀਰ ਦਾ, ਕਿ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਗਿਆਨ ਨਹੀਂ ਦਿੰਦੇ, ਵਿਦਿਆ ਵਿਚਾਰੀ ਤੇ ਪਰਉਪਕਾਰੀ ਵਾਲਾ ਗਿਆਨ ਨਹੀਂ ਦੱਸਦੇ, ਉਹ ਚੰਗਾ ਹੈ ਕਿ ਬੱਚੇ ਉਹ ਵੀ ਪੈਦਾ ਨਾ ਕਰਨ। ਇਹਦਾ ਮਤਲਬ ਪਰਵਰਿਸ਼ ਨਾਲ ਹੈ। ਜੇ ਬੱਚਿਆਂ ਦੀ ਜਿਨ੍ਹਾਂ ਮਾਵਾਂ ਨੇ ਚੰਗੇ ਬੱਚੇ, ਜਿਨ੍ਹਾਂ ਮਾਵਾਂ ਨੇ ਬੜੀ ਅੱਛੀ ਪਰਵਰਿਸ਼ ਬੱਚੇ ਦੀ ਦਿੱਤੀ, ਉਹਨਾਂ ਮਾਵਾਂ ਨੂੰ ਉਹਨਾਂ ਨੇ ਸਰਾਇਆ ਵੀ ਹੈ, ਧਨ ਜਨੇਂਦੀ ਮਾਓ। ਤਾਂ ਮੈਂ ਅਖੀਰ ਵਿੱਚ ਇਤਨਾ ਹੀ ਕਹਾਂਗਾ ਕਿ ਜਦੋਂ ਇੱਕ ਬੁਝੇ ਹੋਇਆ ਬਲਬ ਹੈ ਉਹ ਤੁਸੀਂ ਦੇਖ ਸਕਦੇ ਹੋ, ਯੂ ਕੈਨ ਸੀ ਇਟ, ਪਰ ਜਦੋਂ ਬਲਬ ਜਲ ਰਿਹਾ ਹੁੰਦਾ ਤੁਹਾਨੂੰ ਬਲਬ ਨਹੀਂ ਦਿਖਦਾ, ਸਿਰਫ ਰੋਸ਼ਨੀ ਦਿਖਦੀ ਹੈ। ਜਿਤਨੀ ਵਾਲਟ ਦਾ ਬਲਬ ਹੋਏਗਾ ਉਤਨੀ ਜ਼ਿਆਦਾ ਰੋਸ਼ਨੀ ਦਿਖੇਗੀ, ਲੇਕਿਨ ਬਲਬ ਜਿਹੜਾ ਨਹੀਂ ਦਿਖਦਾ। ਇਸੇ ਤਰ੍ਹਾਂ ਸਰੀਰਕ ਤੌਰ ਤਾਂ ਅਸੀਂ ਵਿਚਰ ਰਹੇ ਹਾਂ, ਲੇਕਿਨ ਜਦੋਂ ਸਾਡੇ ਅੰਦਰ ਗੁਣ ਆ ਜਾਣਗੇ ਤੇ ਸਾਡੇ ਗੁਣ ਜਿਹੜੇ ਨੇ ਉਹ ਦਿਖਣਗੇ। ਕਿ ਜਿਹੜੀ ਗੱਲ ਮੈਂ ਕਹੀ ਸੀ ਕਿ ਸਿਰਫ ਸਰੀਰ ਦੇ ਤਲ 'ਤੇ ਜੀ ਰਹੇ ਹਾਂ, ਇਹ ਸਾਨੂੰ ਸਮਝਣਾ ਬੜਾ ਜ਼ਰੂਰੀ ਹੈ। ਔਰ ਗੁਰੂ ਨਾਨਕ ਸਾਹਿਬ ਨੇ ਕਹੀ ਇਹ ਗੱਲ ਕਿ ਸਮਾਜ ਨੂੰ ਔਰ ਧਰਮ ਨੂੰ ਜਗਾਉਣ ਲਈ ਜਾਗ ਸਲੋਨੜੀ ਹੈ। ਸਲੋਨੜੀ ਮਤਲਬ ਇਹ ਯੰਗ ਵੂਮੈਨ,
ਲੇਕਿਨ ਇੱਥੇ ਆਤਮਾ ਨੂੰ ਵੀ ਕਿਹਾ ਗਿਆ ਕਿ ਉਹ ਜਾਗੋ ਆਪਣੇ ਫਰਜ਼ਾਂ ਦੇ ਪ੍ਰਤੀ, ਆਪਣੇ ਅਧਿਕਾਰਾਂ ਦੇ ਪ੍ਰਤੀ, ਸਮਾਜ ਦੇ ਪ੍ਰਤੀ, ਧਰਮ ਦੇ ਪ੍ਰਤੀ, ਕਿਰਦਾਰ ਦੇ ਪ੍ਰਤੀ। ਤੇ ਜੇ ਸਹੀ ਮਾਇਨੇ ਵਿੱਚ ਅਸੀਂ ਇੱਕ ਚੰਗਾ ਸਮਾਜ ਕ੍ਰੀਏਟ ਕਰਨਾ ਚਾਹੁੰਦੇ ਹਾਂ, ਇੱਕ ਚੰਗੀ ਸੁਸਾਇਟੀ ਕ੍ਰੀਏਟ ਕਰਨਾ ਚਾਹੁੰਦੇ ਹਾਂ, ਤਾਂ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ, ਹਾਥਰਸ ਦੀਆਂ ਜਾਂ ਹੋਰ ਜਿੱਥੇ ਜਿੱਥੇ ਵੀ ਇਹ ਗੱਲਾਂ, ਜਿੱਥੇ ਅਨਿਆਏ ਹੋ ਰਿਹਾ, ਚਾਹੇ ਉਹ ਕਿਸਾਨਾਂ ਨਾਲ ਹੋ ਰਿਹਾ, ਚਾਹੇ ਉਹ ਦਲਿਤਾਂ ਨਾਲ ਹੋ ਰਿਹਾ, ਚਾਹੇ ਉਹ ਕੌਮੀ ਵਾਈਜ਼ ਹੋ ਰਿਹਾ, ਅਗਰ ਇਹਨਾਂ ਚੀਜ਼ਾਂ 'ਤੇ ਠੱਲ ਪਾਣੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਗੋ ਬੈਕ ਟੂ ਰਿਲੀਜਨ। ਰਿਲੀਜਨ ਦਾ ਕੀ ਮਤਲਬ ਹੈ? ਰਿਲੀਜਨ ਦਾ ਮਤਲਬ ਹੈ ਸੰਸਕਾਰਾਂ ਨਾਲ ਹੈ, ਰਿਲੀਜਨ ਦਾ ਮਤਲਬ ਹੈ ਤੁਹਾਡੇ ਬਿਹੇਵੀਅਰ ਨਾਲ ਹੈ, ਰਿਲੀਜਨ ਦਾ ਮਤਲਬ ਤੁਹਾਡੇ ਕਿਰਦਾਰ ਨਾਲ ਹੈ। ਉਹ ਇੱਕ ਬੜੀ ਪੁਰਾਣੀ ਕਹਾਵਤ ਹੈ ਔਰ ਵੈਸੇ ਗੁਰਬਾਣੀ ਦੇ ਵਿੱਚ ਵੀ ਇਹ ਬਿਲਕੁਲ ਢੁਕਵਾਂ ਸ਼ਬਦ ਹੈ ਕਿ ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ, ਗਰੀਬ ਬਹੁਤ ਰੰਗ ਮਾਨੈ ਫਿਰ ਬੋਰ ਬੋਰ ਪਛਤਾਵੈ। और एक कहावत है उर्दू दे विच कि कभी थोड़े से मज़े के लिए गुनाह ना कर। मज़ा तो छिन भर के लिए है, ख़त्म हो जाएगा, गुनाह तेरी कब्रों तक जाएगा। तो मैं कहना चाहना कि एज ए पेरेंट, एज ए माता पिता होने के नाते असी चाहते हैं कि समाज दे विच जिहड़ी है मानसिकता बदले, साडे बच्चे जिहड़े ने एक चंगे शहरी बनन, एक चंगा समाज क्रिएट करन। तो उस लई एक 10 साल दा एक सर्वे होया सी, ਜਿਹੜਾ ਸਰਵੇ ਇਸ ਲਈ ਕੀਤਾ ਗਿਆ ਕਿ ਇੱਕ ਸਾਡੇ ਜਿਹੜੇ ਬੱਚੇ ਨੇ ਉਹ ਸਾਡੇ ਆਗਿਆਕਾਰੀ ਹੋਣ, ਨਸ਼ਿਆਂ ਤੋਂ ਬੱਚੇ ਰਹਿਣ, ਸਿਹਤਮੰਦ ਹੋਣ, ਇੱਕ ਚੰਗਾ ਜ਼ਿੰਮੇਵਾਰ ਇਨਸਾਨ ਬਣਨ, ਤਾਂ ਕਿ ਉਹਨਾਂ ਦੀ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੇ ਹੈ ਇੱਕ ਐਜ਼ ਏ ਆਈਡੀਅਲ ਸਮਾਜ ਕ੍ਰੀਏਟ ਕਰ ਸਕਣ। ਤਾਂ ਉਹਨਾਂ ਦੀ ਪਰਵਰਿਸ਼ ਸੁਚੱਜੇ ਢੰਗ ਨਾਲ ਕਰੀਏ। ਔਰ ਪਿੱਛੇ ਜੇ ਇੱਕ ਮੈਡੀਕਲ ਖੋਜ ਦੇ ਲਗਭਗ 10 ਸਾਲ ਤੱਕ ਕੀਤੀ ਗਈ, ਔਰ ਜਿਨ੍ਹਾਂ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਜੋ ਹੈ ਉਹਨਾਂ ਨੂੰ ਐਥਿਕਸ ਅਤੇ ਮੋਰੈਲਿਟੀ ਬਾਰੇ, ਸੰਸਕਾਰਾਂ ਬਾਰੇ, ਪਰਮਾਤਮਾ ਦੇ ਅਹਿਸਾਸ ਬਾਰੇ ਜਿਨ੍ਹਾਂ ਦੀ ਪਰਵਰਿਸ਼ ਹੋਈ, ਉਹਨਾਂ ਬੱਚਿਆਂ ਦੇ ਵਿੱਚ ਬਕਾਇਦਾ ਉਹ ਵਧੇਰੇ ਆਗਿਆਕਾਰੀ ਸੀ, ਉਹ ਸਹਿਜ ਢੰਗ ਨਾਲ ਸ਼ਾਂਤ ਰਹਿਣ ਵਾਲੇ ਸੀ, ਉਹ ਬਿਹੇਵੀਅਰ ਵਾਈਜ਼ ਬੜੇ ਅੱਛੇ ਸੀ, ਪੜ੍ਹਾਈ ਵਿੱਚ ਹੁਸ਼ਿਆਰ ਸੀ, ਤਨ ਅਤੇ ਮਨ ਦੇ ਰਾਹੀਂ ਉਹ ਤੰਦਰੁਸਤ ਸੀਗੇ। ਇਹ ਬਕਾਇਦਾ ਇੱਕ ਮੈਡੀਕਲ ਖੋਜ ਹੋਈ ਹੈ। ਤਾਂ ਮੈਂ ਸਮਝਦਾ ਕਿ ਇਸ ਤਰ੍ਹਾਂ ਅਗਰ ਪਰਵਰਿਸ਼ ਨੂੰ ਅਸੀਂ ਆਪਣੀ ਬੱਚਿਆਂ ਦੀ ਪਰਵਰਿਸ਼ ਨੂੰ ਰੀਵਿਜ਼ਿਟ ਕਰੀਏ, ਔਰ ਇਹ ਅੱਜ ਬੜੀ ਵਕਤ ਦੀ ਜ਼ਰੂਰਤ ਵੀ ਹੈ, ਤਾਂ ਇੱਕ ਚੰਗਾ ਸਮਾਜ ਕ੍ਰੀਏਟ ਹੋ ਸਕਦਾ ਹੈ। ਸੋ ਇਹ ਸਨ ਪ੍ਰਿੰਸੀਪਲ ਹਰਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਮੌਜੂਦਾ ਸਮੇਂ ਦੇ ਵਿੱਚ ਜੋ ਹਾਲਾਤ ਸਾਡੇ ਦੇਸ਼ ਦੇ ਬਣੇ ਨੇ ਉਹਨਾਂ ਦੇ ਉੱਪਰ ਆਪਣੇ ਵਿਚਾਰ ਦੇ ਰਹੇ ਸਨ। ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ। ਪੁਰਾਣਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।